ਇੱਕ ਮੁਲਾਜ਼ਮ ਦਾ ਤੇ ਇੱਕ ਐਸਐਸਪੀ ਦਾ। ਐਸਐਸਪੀ ਦਾ ਨਾਂ ਨਹੀਂ ਉਹਨੇ ਕਿਹਾ ਵੀ ਉਹ ਐਸਐਸਪੀ, ਉਹ ਨਰੇਟ ਕਰਦੇ ਨੇ ਕਿ ਕਿਵੇਂ ਜਥੇਦਾਰ ਕੌਂਕੇ ਨੂੰ ਰੱਖਿਆ। ਉਹਨਾਂ ਦੇ ਜਿੰਨਾ ਬਲੱਡ ਨਾਲ ਆਇਆ ਭਰਿਆ ਪਿਆ ਸੀ, ਜਿਹੜਾ ਉਹ ਕਹਿੰਦਾ ਮੁਨਸੀ ਦਾ ਕਮਰਾ ਹੈ, ਫਲਾਨਾ ਕਮਰਾ ਹੈ, ਨਾਲ ਲੱਗਦਾ ਜਿੱਥੇ ਟੌਰਚਰ ਕਰਦੇ ਸੀ, ਔਰ ਦਿਖਾਤਾ ਭਗੌੜਾ ਉੱਥੋਂ ਦਾ ਚੱਕ ਕੇ, ਔਰ ਉਹ ਸਤਲੁਜ ਦੇ ਵਿੱਚ ਲਾਸ਼ ਜਿਹੜੀ ਹੈ ਰੋੜਤੀ। ਇਹ ਉਹਨਾਂ ਦੇ ਬਿਆਨ ਨੇ, ਪੁਲਿਸ ਵਾਲਿਆਂ ਦੇ, ਜਿਹੜੇ ਆਪਦੇ ਆਪ ਨੂੰ ਆਈ ਵਿਟਨੈਸ ਕਹਿੰਦੇ ਨੇ। ਔਰ ਜਦੋਂ ਐਡੀ ਵੱਡੀ ਗਵਾਹੀ ਤੁਹਾਡੇ ਕੋਲ ਹੋਵੇ, ਮਤਲਬ ਜਿਹੜੀ ਹੈ ਇਹ ਤਿਵਾੜੀ ਬੀਪੀ ਤਿਵਾੜੀ ਕਮੇਟੀ ਤੋਂ ਵੀ ਪਹਿਲਾਂ ਦੇ ਨੇ, ਇਹ ਔਨ ਰਿਕਾਰਡ ਉਹਨਾਂ ਨੇ ਮਤਲਬ ਦਰਜ ਕੀਤੇ ਹੋਏ ਨੇ, ਔਰ ਉਹ ਰਿਪੋਰਟ ਇਹ ਕਹਿ ਰਹੀ ਹੈ ਕਿ ਇਹ ਵਾਕਈ ਟ੍ਰੇਸੇਬਲ ਹੈ, ਇਹਦੇ ਤੇ FIR ਦਰਜ ਕਰਕੇ ਅਗਲੀ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ। ਰਿਪੋਰਟ ਤਾਂ ਸਰਕਾਰ ਨੇ ਹੀ ਫਰੋਲਣੀ ਹੈ ਨਾ, ਕਾਰਵਾਈ ਤਾਂ ਸਰਕਾਰ ਨੇ ਹੀ ਕਰਨੀ ਹੈ। ਕੀ ਮੌਜੂਦਾ ਸਰਕਾਰ 'ਚੋਂ ਦਮ ਹੈ ਕਿ ਤਿਵਾੜੀ ਉਹਨਾਂ ਦੀ ਉਸ ਇਨਕੁਆਇਰੀ ਦੀ ਉਸ ਰਿਪੋਰਟ ਨੂੰ ਖੋਲ ਲੈਣ? ਇੱਕ ਕੇਸ ਜਦੋਂ ਇਹ ਲੁਧਿਆਣੇ ਸੀ SSP ਉਸ ਵੇਲੇ ਦਾ ਵੀ ਹੈ, ਜਿਹੜਾ ਇਹਨਾਂ ਦੇ ਸੈਣੀ ਮੋਟਰਸ ਦਾ ਕੇਸ, 3 ਬੰਦੇ ਮਾਰੇ ਗਏ ਸੀ। ਉਹ ਕੇਸ ਅੱਜ ਤੱਕ ਚੱਲਿਆ ਹੀ ਨਹੀਂ। CBI ਨੇ ਇਨਕੁਆਇਰੀ ਕੀਤੀ ਸੀ। ਜੇ ਉਹ ਕੇਸ ਨਹੀਂ ਚੱਲਿਆ, ਅਸੀਂ ਕਿਵੇਂ ਸਪਸ਼ਟ ਕਰਦੇ ਹਾਂ ਕਿ ਕੱਲ ਬਰਗਾੜੀ ਦਾ ਕੇਸ ਚੱਲੇਗਾ? ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਅਸੀਂ ਇਨਸਾਫ ਪਸੰਦ ਆ, ਅਸੀਂ ਪੰਜਾਬ ਦੇ ਮਦਈ ਆ, ਅਸੀਂ ਪੰਥ ਦੇ ਮਦਈ ਆ, ਉਹ ਉਸੇ ਰਿਪੋਰਟ ਨੂੰ ਤੇ ਰਾਮ ਨਾਰਾਇਣ ਕੁਮਾਰ ਦੀ ਜਿਹੜੀ ਡਾਕੂਮੈਂਟੇਸ਼ਨ ਹੈ ਤੇ ਬਾਕੀਆਂ ਦੇ ਨਾਲ ਮਿਲ ਕੇ ਹੈ, ਇਹ ਸਾਰੀ ਦੇ ਸਾਹਮਣੇ ਹੁੰਦੇ ਦੇ ਬਾਵਜੂਦ ਐਡੀ ਭਾਰੀ ਮਿੱਟੀ ਪਾ ਦਿੰਦੇ ਨੇ, ਤਾਂ ਉਹਨਾਂ ਤੋਂ ਕਿਸੇ ਵੀ ਮਾਮਲੇ 'ਚ ਇਨਸਾਫ ਦੀ ਉਮੀਦ ਕਿਵੇਂ? ਹੁਣ ਪੰਜਾਬ 'ਚ ਪੰਥਕ ਮਸਲਿਆਂ ਦੇ ਉੱਤੇ ਹੋਵੇਗੀ ਚਰਚਾ। ਹੁਣ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋਵੇਗੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਇਨਸਾਫ ਮਿਲ ਸਕੇ, ਲਾਪਤਾ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਹੋ ਸਕੇ, ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਲਾਮਬੰਦੀ ਹੋ ਸਕੇ। ਤੇ ਇਸੇ ਤਰ੍ਹਾਂ ਗੁਰਦੇਵ ਸਿੰਘ ਕੌਂਕੇ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਵੀ ਇੱਕ ਨਵੀਂ ਪਹਿਲ ਕਦਮੀ ਸਾਹਮਣੇ ਆ ਸਕਦੀ ਹੈ। ਕੀ ਚੰਡੀਗੜ੍ਹ ਦੇ ਬਰੂਹਾਂ ਤੇ ਲੱਗਣ ਵਾਲੇ 7 ਤਰੀਕ ਦੇ ਧਰਨੇ ਤੋਂ, 7 ਜਨਵਰੀ ਦੇ ਧਰਨੇ ਤੋਂ ਇੱਕ ਨਵੀਂ ਪੰਥਕ ਲਹਿਰ ਖੜੀ ਹੋ ਰਹੀ ਹੈ? ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਨਵੀਂ ਚਰਚਾ ਹੋ ਰਹੀ ਹੈ। ਇਹ ਸਾਰੇ ਪਹਿਲੂ ਬਾਚਾਂਗੇ ਵੀ, ਚਰਚਾ ਵੀ ਕਰਾਂਗੇ, ਤੇ ਤੁਸੀਂ ਜੁੜੇ ਰਹੋ ਪੰਜਾਬ ਟੈਲੀਵਿਜ਼ਨ ਦੇ ਨਾਲ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਤੇ ਸੀਨੀਅਰ ਪੱਤਰਕਾਰ ਹਮੀਦ ਸਿੰਘ ਜੀ। ਭਾਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹਨਾਂ ਦੀ ਪੂਰੀ ਉਸ ਕਹਾਣੀ ਨੂੰ ਲੈ ਕੇ ਅੱਜ ਫਿਰ ਚਰਚਾ ਦੁਬਾਰਾ ਸਾਹਮਣੇ ਆਉਂਦੀ ਹੈ, ਜਦੋਂ ਇਸ ਪਹਿਲੂ ਤੇ ਪੱਖ ਸਾਹਮਣੇ ਆਉਂਦਾ ਕਿ ਉਹਨਾਂ ਦੀ ਉਸ ਕਤਲੋ-ਗਾਰਤ ਦੀ ਦੁਬਾਰਾ ਇੱਕ ਪੜਚੋਲ ਕੀਤੀ ਜਾਏਗੀ, ਉਹਦੇ ਪਰ ਦੁਬਾਰਾ ਨਜ਼ਰਸਾਨੀ ਕੀਤੀ ਜਾਏਗੀ। ਕਿਵੇਂ ਦੇਖਦੇ ਹੋ ਉਸ ਪੂਰੇ ਘਟਨਾਕ੍ਰਮ ਨੂੰ? ਇਹ 1 ਜਨਵਰੀ ਉਹਨਾਂ ਦੀ ਬਰਸੀ ਹੁੰਦੀ ਆ, ਤੇ ਐਰਕੀ ਵੀ ਰਾਦਰ ਪਹਿਲੀ ਵਾਰੀ ਸੋਸ਼ਲ ਮੀਡੀਆ ਤੇ ਇੰਨਾ ਉਹਨਾਂ ਨੂੰ ਐਰਕੀ ਯਾਦ ਕੀਤਾ ਗਿਆ ਸੀਗਾ। ਅਕਾਲੀ ਦਲ ਦਾ ਕਿਸੇ ਵੇਲੇ ਹਿਊਮਨ ਰਾਈਟਸ ਵੀਕ ਬਣਿਆ ਸੀਗਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀਗੇ ਉਹਦੇ ਜਸਪਾਲ ਸਿੰਘ ਢਿੱਲੋਂ, ਤੇ ਜਨਰਲ ਸੈਕਟਰੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ। ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿੰਨੀਆਂ ਹਿਊਮਨ ਰਾਈਟਸ ਵਾਇਲੇਸ਼ਨ ਸੀਗੀਆਂ ਉਹਦੇ ਤੇ 96 ਦੇ ਵਿੱਚ ਬਾਦਲ ਸਾਹਿਬ ਪੂਰਾ ਡੋਮੀਨੇਟ ਕਰਨ ਲੱਗ ਪਏ ਅਕਾਲੀ ਸਟ੍ਰੀਮ ਨੂੰ, ਸਾਰੇ ਇਕੱਠੇ ਹੋ ਗਏ। ਤੇ ਉਹਨਾਂ ਦਿਨਾਂ ਦੇ ਵਿੱਚ ਹੀ, ਉਸ ਤੋਂ ਪਹਿਲਾਂ ਕੁਝ ਚਿਰ, ਹਿਊਮਨ ਰਾਈਟਸ ਵਿੰਗ ਦੇ ਡਿਫਰੈਂਸਿਸ ਅਕਾਲੀ ਦਲ ਨਾਲ ਆ ਗਏ ਤੇ ਉਹ ਅਲੱਗ ਹੋ ਗਏ। ਉਹਨਾਂ ਦੇ ਵਿੱਚ ਇਹ ਜਿੰਨੇ ਕੇਸ ਸੀਗੇ ਇਸ ਤਰ੍ਹਾਂ ਵਾਇਲੇਸ਼ਨ ਦੇ, ਉਹ ਸਾਰੇ ਉਹ ਡਾਕੂਮੈਂਟੇਸ਼ਨ ਉਹਨਾਂ ਦੀ ਕਰ ਰਹੇ ਸੀਗੇ। 97 ਚ ਬਾਦਲ ਸਾਹਿਬ ਦੀ ਸਰਕਾਰ ਬਣ ਜਾਂਦੀ ਹੈ ਤੇ ਇਹ ਮਸਲਾ ਫਿਰ ਸਾਹਮਣੇ ਆ ਗਿਆ। ਮੈਨੂੰ ਯਾਦ ਹੈ ਕਿ ਇੱਕ ਵੱਡਾ ਡੈਪੂਟੇਸ਼ਨ ਹਿਊਮਨ ਰਾਈਟਸ ਬਾਡੀਜ਼ ਦਾ ਬਾਦਲ ਸਾਹਿਬ ਨੂੰ ਮਿਲਿਆ ਸੀਗਾ। ਇਨਕੁਆਇਰੀ ਆਰਡਰ ਹੋ ਗਈ, ਬੀਪੀ ਤਿਵਾੜੀ IG ਹੁੰਦੇ ਸੀਗੇ, ਇਨਕੁਆਇਰੀ ਕੀਤੀ ਉਹਨਾਂ ਨੇ, ਤੇ ਮੁੜ ਕੇ ਡੈਪੂਟੇਸ਼ਨ ਮਿਲਦੇ ਰਹੇ ਵੀ ਉਹ ਇਨਕੁਆਇਰੀ ਰਿਪੋਰਟ ਜਨਤਕ ਕਰੋ। ਬਾਦਲ ਸਾਹਿਬ 3 ਵਾਰੀ ਮੁੱਖ ਮੰਤਰੀ ਰਹਿ ਲਏ ਤੇ ਵਿੱਚੋਂ ਸਿਰਫ 1 ਵਾਰ ਸਰਕਾਰ ਉਸ ਵੇਲੇ ਮੈਂ 17 ਤੱਕ ਲਾਊਗਾ ਕਾਂਗਰਸ ਦੀ ਬਣੀ ਸੀਗੀ। ਠੀਕ ਹੈ। ਤੇ ਕਿਸੇ ਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਕਿ ਬਾਦਲ ਸਰਕਾਰ ਨੇ ਉਹ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ। ਤੇ ਪੰਥ, ਤੇ ਕੱਲਾ ਪੰਥ ਹੀ ਨਹੀਂ, ਹਿਊਮਨ ਰਾਈਟਸ ਵਾਇਲੇਸ਼ਨ ਹੈ, ਮਨੁੱਖਤਾ ਜਵਾਬ ਮੰਗਦੀ ਹੈ। ਮੈਂ ਸਿਰਫ ਪੰਥ ਦੀ ਗੱਲ ਨਹੀਂ ਕਰਦਾ, ਗੱਲ ਤਾਂ ਮਨੁੱਖਤਾ ਦੀ ਹੈ। ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ ਉਹਨਾਂ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ, ਮਨੁੱਖਤਾ ਨਾਲ ਸੰਬੰਧ ਹੈ। ਇਹ ਜਦੋਂ
ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਉਹ ਮਨੁੱਖ ਦੇ ਜਿਹੜੇ ਬੇਸਿਕ ਰਾਈਟ ਹੈ ਉਹਨਾਂ ਦੀ ਗੱਲ ਕਰਦੇ ਹਾਂ। ਸੋ ਮਨੁੱਖਤਾ ਦੀਆਂ ਜਿਹੜੇ ਬੇਸਿਕ ਵੈਲਿਊਜ਼ ਹੈਗੀਆਂ ਉਹਨਾਂ ਦੀ ਇਹ ਵਾਇਲੇਸ਼ਨ ਸੀਗੀ, ਤੇ ਮਨੁੱਖਤਾ ਜਵਾਬ ਮੰਗਦੀ ਹੈ ਕਿ ਬਾਦਲ ਸਰਕਾਰ ਨੇ ਉਹ ਰਿਪੋਰਟ ਕਿਉਂ ਜਨਤਕ ਨਹੀਂ ਕੀਤੀ। ਉਹ ਕਾਰਨ ਕੀ, ਮੈਂ ਕਿਉਂ ਬਾਦਲ ਸਾਹਿਬ ਦੀ ਗੱਲ ਕਰਦਾ, ਇੱਕ ਤਾਂ ਇਨਕੁਆਇਰੀ ਇਹਨਾਂ ਵੇਲੇ ਆਰਡਰ ਹੋਈ ਸੀ, ਦੂਸਰੀ ਅਕਾਲੀ ਦਲ ਹਮੇਸ਼ਾ ਕਲੇਮ ਕਰਦਾ ਰਿਹਾ ਹੈ ਕਿ ਅਸੀਂ ਹਿਊਮਨ ਰਾਈਟਸ ਦੇ ਹੱਕ ਦੇ ਵਿੱਚ, ਸਿਵਲ ਰਾਈਟਸ ਦੇ ਹੱਕ ਦੇ ਵਿੱਚ ਅਸੀਂ ਐਮਰਜੈਂਸੀ 'ਚ ਮੋਰਚਾ ਲਾਇਆ ਸੀ ਜੀ। ਇਹ ਮੋਰਲ ਵੀ ਆਸਪੈਕਟ ਹੈ ਇਸ ਸਾਰੀ ਗੱਲ ਦਾ, ਤਾਂ ਮੈਂ ਇਹਨਾਂ ਤੋਂ ਜਵਾਬ ਮੰਗਦਾ ਹਾਂ। ਅਮੀਰ ਭਾਜੀ, ਇਹ ਇਕੱਲੀ ਤਿਵਾੜੀ ਦੇ ਰਿਪੋਰਟ ਦਾ ਹਵਾਲਾ ਹੈ ਜਾਂ ਇਕੱਲੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ, ਜਾਂ ਜੇ ਕਿੰਨੇ ਹੀ ਮਾਮਲੇ ਨੇ, ਕਿੰਨੇ ਮਾਮਲੇ ਦੀਆਂ ਫਾਈਲਾਂ ਦਬੀਆਂ ਪਈਆਂ ਹੋਣਗੀਆਂ? ਕਿਉਂ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਇਹ ਕਹਾਉਂਦਾ ਕਿ ਅਸੀਂ ਪੰਥਕ ਪਹਿਰੇਦਾਰੀ ਕਰਦੇ ਹਾਂ, ਉਹ ਵੀ ਇਸ ਮਸਲੇ ਤੋਂ ਭੱਜ ਗਿਆ? ਕਾਂਗਰਸ ਨੂੰ ਤਾਂ ਉਮੀਦ ਹੀ ਕੀ ਕਰਾਂਗੇ? ਅਸਲ ਦੇ ਵਿੱਚ ਮਾਮਲਾ ਇਹ ਸੀਗਾ ਕਿ ਕਿੰਨੇ ਮਾਮਲੇ ਤਾਂ ਜਿਹੜਾ ਜਨਰਲ ਸੈਕਟਰੀ ਜਸਵੰਤ ਸਿੰਘ ਖਾਲੜਾ ਵੀ ਉਸੇ ਰਸਤੇ ਚਲੇ ਗਏ। ਮਤਲਬ ਕਿੰਨੇ ਸਮੇਂ ਬਾਅਦ ਜੇ ਉਹ ਲਾਵਾਰਸ ਲਾਸਾਂ ਨੂੰ ਲੱਭਦੇ ਆਪ ਲਾਵਾਰਸ ਲਾਸ ਬਣਾਤੇ ਸੀਗੇ, ਤੇ ਜੇ ਇਨਕੁਆਰੀ ਅੱਗੇ ਨਾ ਹੁੰਦੀ ਸੀਬੀਆਈ ਦੀ, ਹਾਲਾਂਕਿ ਉਹਨਾਂ ਨੇ ਜਿਹੜੀਆਂ 2097 ਦੇ ਕਰੀਬ ਲਾਸਾਂ ਦਾ ਜ਼ਿਕਰ ਕੀਤਾ ਸੀ, ਬਾਅਦ ਚ ਸੀਬੀਆਈ ਨੇ ਵੀ ਮੋਹਰ ਲਾਈ ਕਿ ਉਹ ਠੀਕ ਕਹਿੰਦੇ ਸੀ, ਇਹ ਪਛਾਣੀਆਂ ਜਾ ਸਕਦੀਆਂ ਨੇ। ਪਰ ਜਥੇਦਾਰ ਕੌਂਕੇ ਦਾ ਇੱਕ ਮਾਮਲਾ ਥੋੜਾ ਜਿਹਾ ਮੇਰੇ ਖਿਆਲ ਦਰਸ਼ਕਾਂ ਦੇ ਕਈ ਵਾਰ ਯਾਦ ਉਹਨਾਂ ਨਹੀਂ ਰਹਿੰਦਾ, ਜੇ ਮੈਂ ਇੱਕ ਹੋਰ ਥੋੜਾ ਜਿਹਾ ਐਡੀਸ਼ਨਲ ਜਾਣਕਾਰੀ ਦੀ ਗੱਲ ਹੈ ਕਿ ਇਹ 26 ਜਨਵਰੀ 1986 ਨੂੰ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉੱਥੇ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਅਕਾਲ ਤਖਤ ਐਲਾਨ ਦਿੱਤਾ ਗਿਆ, ਕਿਉਂਕਿ ਉਹ ਜੇਲ੍ਹ 'ਚ ਸੀਗੇ ਤੇ ਜਥੇਦਾਰ ਕੌਂਕੇ ਨੂੰ ਐਕਟਿੰਗ ਅਕਾਲ ਤਖਤ। ਇਹਦਾ ਮਤਲਬ 1986 ਤੋਂ ਲੈ ਕੇ ਆਪਣੇ ਮਤਲਬ ਮੌਤ ਤੱਕ ਜਾਂ ਸ਼ਹਾਦਤ ਤੱਕ ਉਹ ਜਥੇਦਾਰ, ਐਕਟਿੰਗ ਜਥੇਦਾਰ ਦੇ ਰੂਪ ਦੇ ਵਿੱਚ ਰਹਿੰਦੇ ਨੇ। ਔਰ ਇਹਨਾਂ ਦੇ ਮਾਮਲੇ ਦੇ ਵਿੱਚ ਗੱਲ ਇਹ ਹੈ, ਅਸਲ ਦੇ ਵਿੱਚ ਬਹੁਤ ਵਾਰ ਗ੍ਰਿਫਤਾਰੀਆਂ ਹੋਈਆਂ, ਬਹੁਤ ਵਾਰ ਮਤਲਬ ਪੁੱਟੋ। ਔਰ ਨਾਲ ਇੱਕ ਇਹ ਵੀ ਗੱਲ ਹੈ ਕਿ ਜਦੋਂ ਲਾਸਟ ਵਾਰ 25 ਦਸੰਬਰ ਨੂੰ ਚੱਕੇ ਜਾਂਦੇ ਨੇ, ਉਦੋਂ ਪਹਿਲਾਂ 20 ਦਸੰਬਰ ਨੂੰ ਵੀ ਚੱਕੇ ਜਾਂਦੇ ਨੇ। 20 ਦਸੰਬਰ 1992 ਦੀ ਗੱਲ ਹੈ। ਉਦੋਂ ਸਿਮਰਜੀਤ ਸਿੰਘ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਦੋਨੋਂ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਮੁੱਦੇ ਤੇ, ਇੱਕ ਗੱਲ ਘਟਨਾ ਦੇ ਤੌਰ ਤੇ ਕਿ ਇਹ ਗੱਲ ਗਲਤ ਹੈ, ਉਹ ਤਾਂ ਉੱਥੇ ਨਹੀਂ ਸੀ ਜਾਂ ਫਲਾਨਾ। ਉਹ ਜਿਹੜੇ 17 ਮਾਰੇ ਸੀਗੇ ਮਕੂ ਨੇੜੇ ਬੰਦੇ, ਉਹਨਾਂ ਦੇ ਬਾਅਦ ਚੋਂ ਲਾ ਕੇ ਉਹ ਕੇਸ 'ਚ, ਤੇ ਤੁਸੀਂ ਦੇਖੋ ਕਿੰਨਾ ਨੇੜੇ ਜੁੜੇ ਹੋਣਗੇ ਇਹਦਾ ਮਤਲਬ ਬੰਦੇ, ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਉਹ ਸਾਰੇ ਮਾਮਲੇ ਦੇ ਵਿੱਚ। ਤੇ 5 ਦਿਨ ਬਾਅਦ ਫਿਰ ਚੱਕ ਲੈ ਜਾਂਦੇ ਨੇ, ਇੱਕ ਵਾਰ ਤਾਂ ਛੱਡਤੇ ਹੋ ਤੇ 5 ਦਿਨ ਬਾਅਦ ਫਿਰ ਚੱਕ ਲੈ ਜਾਂਦੇ ਨੇ। ਫਿਰ ਇਹ ਹੋਣੀ ਬਸ ਜਿਹੜੀ ਇਸ ਲੈਵਲ ਤੇ ਵਾਪਰਦੀ ਹੈ। ਇਹ ਜਿਹੜੀ ਦਸਤਾਵੇਜ਼ ਇਕੱਠੇ ਕਰਨ ਵਾਲੀ ਕਮੇਟੀ, ਜਿਹੜਾ ਰਾਮ ਨਾਰਾਇਣ ਕੁਮਾਰ ਦੀ ਆਪਣੀ ਕਿਤਾਬ ਜਿਹੜੀ ਹੈ ਪੰਜਾਬ ਟੈਰਰ ਨੈਰੇਟਿਵਜ਼ ਐਂਡ ਟਰੁਥ, ਜਿਹੜੀ ਉਹਨੇ ਲਿਖੀ ਉਸ ਤੋਂ ਬਾਅਦ ਆਹ ਸਾਰੇ ਉਹਦੇ 153 ਨੰਬਰ ਪੇਜ ਤੇ ਗੱਲ ਲਿਖੀ ਹੋਈ ਹੈ। ਅਜੇ ਵੀ 2 ਪੁਲਿਸ ਅਫਸਰਾਂ ਦਾ ਉਹਨੇ ਆਪਦਾ ਬਿਆਨ ਹੈ, ਇੱਕ ਮੁਲਾਜ਼ਮ ਦਾ ਤੇ ਇੱਕ ਐਸਐਸਪੀ ਦਾ। ਐਸਐਸਪੀ ਦਾ ਨਾਂ ਨਹੀਂ ਉਹਨੇ ਕਿਹਾ ਵੀ ਉਹ ਐਸਐਸਪੀ ਨੇ ਕਿਹਾ ਮੇਰਾ ਨਾਂ ਨਹੀਂ ਦੇਣਾ। ਉਹ ਨਰੇਟ ਕਰਦੇ ਨੇ ਕਿ ਕਿਵੇਂ ਜਥੇਦਾਰ ਕੌਂਕੇ ਨੂੰ ਰੱਖਿਆ, ਕਿਸ ਤਰੀਕੇ ਦੇ ਨਾਲ ਮੈਂ ਦੇਖਿਆ ਉੱਥੇ ਜਾ ਕੇ, ਕਿਸ ਤਰੀਕੇ ਦੇ ਨਾਲ ਮਤਲਬ ਉਹਨਾਂ ਦੇ ਜਿੰਨਾ ਬਲੱਡ ਨਾਲ ਐ ਭਰਿਆ ਪਿਆ ਸੀ, ਜਿਹੜਾ ਉਹ ਕਹਿੰਦਾ ਮੁਨਸੀ ਦਾ ਕਮਰਾ ਹੈ, ਫਲਾਨਾ ਕਮਰਾ ਨਾਲ ਲੱਗਦਾ ਜਿੱਥੇ ਟੌਰਚਰ ਕਰਦੇ ਸੀ, ਔਰ ਦਿਖਾਤਾ ਭਗਾਉਣਾ ਉੱਥੋਂ ਬਚਾ ਕੇ, ਔਰ ਉਹ ਸਤਲੁਜ ਦੇ ਵਿੱਚ ਮਤਲਬ ਲਾਸ਼ ਜਿਹੜੀ ਆ ਰੋਡ ਤੀ। ਇਹ ਉਹਨਾਂ ਦੇ ਬਿਆਨ ਨੇ, ਪੁਲਿਸ ਵਾਲਿਆਂ ਦੇ, ਜਿਹੜੇ ਆਪਦੇ ਆਪ ਨੂੰ ਆਈ ਵਿਟਨੈਸ ਕਹਿੰਦੇ ਨੇ। ਔਰ ਜਦੋਂ ਐਡੀ ਵੱਡੀ ਗਵਾਹੀ ਤੁਹਾਡੇ ਕੋਲ ਹੋਵੇ, ਮਤਲਬ ਜਿਹੜੀ ਹੈ ਇਹ ਤਿਵਾੜੀ, ਬੀਪੀ ਤਿਵਾੜੀ ਕਮੇਟੀ ਤੋਂ ਵੀ ਪਹਿਲਾਂ ਦੇ ਨੇ, ਇਹ ਔਨ ਰਿਕਾਰਡ ਉਹਨਾਂ ਨੇ ਮਤਲਬ ਦਰਜ ਕੀਤੇ ਹੋਏ ਨੇ, ਔਰ ਉਹਦੇ ਤੇ ਤਾਂ ਸਿੱਧੀ ਉਹ ਕੋਈ ਨਾ ਕੋਈ ਜਾਂਚ ਹੋਣੀ। ਫਿਰ ਜਸਟਿਸ ਕੁਲਦੀਪ ਸਿੰਘ ਜਦੋਂ ਵਰਲਡ ਸਿੱਖ ਕੌਂਸਲ ਦੇ ਚੇਅਰਮੈਨ ਬਣੇ ਸੀ, ਜਸਟਿਸ ਅਜੀਤ ਸਿੰਘ ਬੈਂਸ ਵੀ ਵੱਖ-ਵੱਖ ਟਾਈਪ ਦਾ ਕਿੱਡਾ ਵੱਡਾ ਡੈਲੀਗੇਸ਼ਨ ਗਿਆ ਕਿ ਸੀਬੀਆਈ ਨੂੰ ਦੇ ਦਿਓ ਜੇ ਤੁਸੀਂ ਕੁਝ ਨਹੀਂ ਕਰਨਾ, ਹੈ ਨਾ, ਸੀਬੀਆਈ ਨੂੰ ਦੇ ਦਿਓ। ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਨੂੰ, ਤਾਂ ਤੁਸੀਂ ਇਹਨਾਂ ਚੋਂ ਦੱਸੋ ਜੀ ਕਿਹਦੇ ਤੋਂ ਕਰਵਾ ਦਈਏ, ਤਾਂ ਉਹਨਾਂ ਨੇ ਕਿਹਾ ਤੁਸੀਂ ਬੀਪੀ ਤਿਵਾੜੀ ਤੋਂ ਕਰਾ ਦਿਓ, ਕਿਉਂਕਿ ਤਿਵਾੜੀ ਦਾ ਅਕਸ ਇਹੋ ਜਿਹਾ ਸੀ ਵੀ ਸ਼ਾਇਦ ਇਹਨਾਂ ਨੇ ਨਿਰਪੱਖ ਕਰਨੀ ਹੈ। ਔਰ ਉਹ ਰਿਪੋਰਟ ਇਹ ਕਹਿ ਰਹੀ ਹੈ ਕਿ ਇਹ ਵਾਕਈ ਟ੍ਰੇਸੇਬਲ ਹੈ, ਇਹਦੇ ਤੇ FIR ਦਰਜ ਕਰਕੇ ਅਗਲੀ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ। ਕਿ ਹੁਣ ਉਹ ਜਾਂਚ ਸ਼ੁਰੂ ਹੋਣ ਦੀ ਉਮੀਦ ਹੈ, ਔਰ ਉਸ ਜਾਂਚ ਤਾਂ ਕਦੇ ਵੀ ਸ਼ੁਰੂ ਹੋ ਸਕਦੀ ਹੈ, ਜਦੋਂ ਜਿਹੜੀ ਪੈਂਡਿੰਗ ਪਈ ਹੈ ਕੋਈ ਬੰਦ ਨਹੀਂ ਹੋ ਜਾਂਦੀ, ਜਦ ਵੀ ਕ੍ਰਾਈਮ ਦਾ ਤੁਹਾਨੂੰ ਪਤਾ ਲੱਗੇ। ਪਰ ਪਹਿਲੀ ਗੱਲ ਤਾਂ ਇਹ ਹੈ, ਉਸ ਜਾਂਚ ਰਿਪੋਰਟ ਤੇ ਜਿਹਦੀ ਰਿਕਮੈਂਡੇਸ਼ਨ ਅਜੇ ਆਫ ਦੀ ਰਿਕਾਰਡ ਇਹ ਸਾਹਮਣੇ ਆਈ ਸੀ ਕਿ ਉਹਨਾਂ ਨੇ ਇਹ ਕਿਹਾ ਹੋਇਆ ਉਹਦੇ ਚ ਕਿ FIR ਦਰਜ ਕਰਕੇ ਅਗਲੀ ਜਾਂਚ ਸ਼ੁਰੂ ਹੋਣੀ ਚਾਹੀਦੀ ਹੈ, ਮਤਲਬ ਪਰਚਾ ਦਰਜ ਕਰਨ ਤੋਂ ਬਾਅਦ। ਤੇ ਇਹ ਕਿਉਂ ਨਹੀਂ ਕੀਤੀ ਜੀ? 1999 ਤੋਂ ਬਾਅਦ ਲਗਾਤਾਰ, ਹਾਲਾਂਕਿ ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ 97 'ਚ
ਕਿ ਇਹ ਜਿਹੜਾ ਸਾਰਾ ਕੁਝ ਪੰਜਾਬ ਦੇ ਵਿੱਚ ਹੋਇਆ ਇਹਦੇ ਲਈ ਇੱਕ ਕਮਿਸ਼ਨ ਮੁਕਰਰ ਕੀਤਾ ਜਾਏਗਾ ਔਰ ਉਹਦੀ ਜਾਂਚ ਹੋ ਜੇ ਤਾਂ ਕਿ ਉਹ ਚੀਜ਼ਾਂ ਸਾਹਮਣੇ ਆਉਣ। ਫਿਰ ਉਹਨਾਂ ਨੇ ਸਾਰਿਆਂ ਨੇ ਐਂ ਲਗਾਤਾ, ਫਿਰ 5 ਸਾਲ ਉਹਨਾਂ ਦੇ ਵੀ ਲੰਘ ਗਏ। ਕਿੰਨਾ ਦੇਰ ਚੱਲਦੀ ਰਹੂਗੀ ਰਿਪੋਰਟਾਂ ਜੇਕਰ ਕਿਸੇ ਦਾ ਪਤਾ ਹੀ ਨਾ ਲੱਗੇ। ਕਿੰਨੀਆਂ ਲਵਾਰਸ ਲਾਸਾਂ ਦਾ ਤਾਂ ਪਤਾ ਹੀ ਨਹੀਂ, ਮਾਮਾ ਇਹ ਡੀਕਦੀਆਂ ਨੇ ਔਰ ਕਿਤੇ ਆਇਆ ਹੀ ਨਹੀਂ ਕੋਈ। ਤਾਂ ਫਿਰ ਉਹ ਦੇਸ਼ ਦਾ ਕਾਨੂੰਨ, ਉਸ ਦੇਸ਼ ਦਾ ਸੰਵਿਧਾਨ, ਉਹ ਪੋਲੀਟੀਸ਼ੀਅਨ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਅਸੀਂ ਇਨਸਾਫ ਪਸੰਦ ਆ, ਅਸੀਂ ਪੰਜਾਬ ਦੇ ਮਦਈ ਆ, ਅਸੀਂ ਪੰਥ ਦੇ ਮਦਈ ਆ, ਉਹ ਉਸੇ ਰਿਪੋਰਟ ਨੂੰ ਤੇ ਰਾਮ ਨਾਰਾਇਣ ਕੁਮਾਰ ਦੀ ਜਿਹੜੀ ਡਾਕੂਮੈਂਟੇਸ਼ਨ ਹੈ ਤੇ ਬਾਕੀਆਂ ਦੇ ਨਾਲ ਮਿਲ ਕੇ ਹੈ, ਇਹ ਸਾਰੀ ਦੇ ਸਾਹਮਣੇ ਹੁੰਦੇ ਦੇ ਬਾਵਜੂਦ ਐਡੀ ਭਾਰੀ ਮਿੱਟੀ ਪਾ ਦਿੰਦੇ ਨੇ। ਤਾਂ ਉਹਨਾਂ ਤੋਂ ਕਿਸੇ ਵੀ ਮਾਮਲੇ 'ਚ ਇਨਸਾਫ ਦੀ ਉਮੀਦ ਕਿਵੇਂ? ਉਦੋਂ ਪਹਿਲਾਂ ਵੀ ਉਹਨਾਂ ਨੂੰ ਚੱਕਿਆ ਔਰ ਉਹਦੇ 'ਚ ਇੱਕ ਬਿਆਨ ਹੈ ਉਸੇ ਪੁਲਿਸ ਅਫਸਰ ਦਾ, ਪੁਲਿਸ ਮੁਲਾਜ਼ਮ ਦਾ। ਉਹ ਇਹ ਕਹਿ ਰਿਹਾ ਕਿ ਮੇਰੇ ਸਾਹਮਣੇ ਦੀ ਗੱਲ ਹੈ ਕਿ ਜਦੋਂ ਉਹ ਜਿਹੜਾ ਸਿਗਰਟ ਦਾ ਧੂਆਂ ਬਾਰ-ਬਾਰ ਉਹਨਾਂ ਨੂੰ ਉਲਟਾ ਲਟਕਾਇਆ ਗਿਆ ਸੀ, ਕੱਪੜੇ ਕੱਢ ਕੇ ਮੂੰਹ ਤੇ ਸੁੱਟਦੇ ਸੀ ਤੇ ਜਦੋਂ ਜ਼ਿਆਦਾ ਛੁੱਟੀ ਹੋ ਕੇ ਇਹਨਾਂ ਨੇ ਥੱਪੜ ਮਾਰਤਾ, ਫਿਰ ਉਹਨੂੰ ਜੋ ਟਾਰਚਰ ਕੀਤਾ, ਮਤਲਬ ਉਹ ਸਾਹਮਣੇ ਆਇਆ। ਇਹ ਰਿਕਾਰਡਡ ਉਸ ਕਿਤਾਬ ਦੇ ਵਿੱਚ ਤੇ ਉਸ ਰਿਪੋਰਟ ਦੇ ਵਿੱਚ ਬਿਆਨ ਨੇ। ਰਿਪੋਰਟ ਤਾਂ ਸਰਕਾਰ ਨੇ ਹੀ ਫਰੋਲਣੀ ਹੈ ਨਾ, ਕਾਰਵਾਈ ਤਾਂ ਸਰਕਾਰ ਨੇ ਹੀ ਕਰਨੀ ਹੈ। ਕੀ ਮੌਜੂਦਾ ਸਰਕਾਰ 'ਚ ਉਹ ਦਮ ਹੈ ਕਿ ਤਵਾੜੀ ਉਹਨਾਂ ਦੀ ਉਸ ਇਨਕੁਆਇਰੀ ਦੀ ਉਸ ਰਿਪੋਰਟ ਨੂੰ ਖੋਲ ਲੈਣ? ਕਿਉਂਕਿ ਇਹਨਾਂ ਕੋਲ ਤਾਂ ਪਹਿਲਾਂ ਹੀ ਬੇਅਦਬੀ ਵਾਲੇ ਮਾਮਲੇ ਦੀਆਂ ਕਿੰਨੀਆਂ ਰਿਪੋਰਟਾਂ ਪਈਆਂ, ਉਹ ਨਹੀਂ ਅਜੇ ਤੱਕ ਖੋਲੀਆਂ ਇਹਨਾਂ ਨੇ। ਜੇਕਰ ਤੁਸੀਂ ਗੱਲ ਕਰੋ ਤਾਂ ਮੌਜੂਦਾ ਕੁੰਵਰ ਵਿਜੇ ਪ੍ਰਤਾਪ ਹੁਣ ਵੀ ਕਹੀ ਜਾਂਦਾ ਕਿ ਮੇਰੇ ਵਾਲੀ ਫਾਈਲ ਖੋਲ ਲਓ। ਸੋ ਇਸ ਲਈ ਬੇਅਦਬੀਆਂ ਵਾਲੇ ਤੱਕ ਜੇਕਰ ਮੈਂ ਆਵਾਂ, ਕੀ ਲੱਗਦਾ ਕਿ ਸਰਕਾਰਾਂ ਇਸ ਤੇ ਨਜ਼ਰਸਾਨੀ ਕਰਨਾ ਚਾਹੁੰਦੀਆਂ? ਦੂਏ ਪਾਸੇ ਮੋਰਚੇ ਲੱਗਣ ਦੀ ਤਿਆਰੀ ਹੈ। ਚੰਡੀਗੜ੍ਹ ਦੇ ਵਿੱਚ 6 ਤਰੀਕ ਨੂੰ 7 ਤਰੀਕ ਨੂੰ ਇੱਕ ਮੋਰਚਾ ਲੱਗਣ ਜਾ ਰਿਹਾ, ਜਿਹੜਾ ਬੇਅਦਬੀ ਵਾਲੇ ਮਾਮਲੇ ਤੇ ਵੀ ਸਾਂਝਾ ਹੋਏਗਾ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ ਤੇ ਵੀ ਹੋਏਗਾ, ਲਾਪਤਾ ਗੁਰੂ ਗ੍ਰੰਥ ਸਾਹਿਬ ਵਾਲੇ ਮਾਮਲੇ ਤੇ ਵੀ ਹੋਏਗਾ, ਹੋਰ ਪੰਥਕ ਮਸਲਿਆਂ ਤੇ ਵੀ ਹੋਏਗਾ। ਉਹ ਧਰਨਾ ਲੱਗਣ ਜਾ ਰਿਹਾ। ਪਰ ਸਰਕਾਰਾਂ ਪੰਜਾਬ ਦੇ ਮਾਮਲੇ ਤੇ ਮੈਂ ਥੋੜਾ ਜਿਹਾ ਨਜ਼ਰੀਆ ਵੱਖਰਾ ਹੈ ਮੇਰਾ। ਇਹ ਫਰਕ ਨਹੀਂ ਪੈਂਦਾ ਇੱਥੇ ਵੀ ਕਿਹੜੀ ਪਾਰਟੀ ਪਾਵਰ ਦੇ ਵਿੱਚ ਹੈ। ਠੀਕ ਹੈ ਜੀ। ਨੰਬਰ 1, ਵੈਸੇ ਵੀ ਮੈਂ ਰੂਲਿੰਗ ਕਲਾਸ ਨੂੰ ਹੋਰ ਤਰ੍ਹਾਂ ਦੇਖਦਾ। ਇਹ ਰੂਲਿੰਗ ਕਲਾਸ ਦਾ ਪਾਰਟ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਇਹ ਹੋਰ ਵੀ ਇੱਕ ਗੱਲ ਅੱਗੇ ਤੁਰਦੀ ਹੈ ਕਿ ਪੰਜਾਬ ਨੇ ਜਿਹੜਾ 15 ਸਾਲ ਇੱਥੇ ਸੰਘਰਸ਼ ਹੋਇਆ ਜੀ, ਉਸ ਵੇਲੇ ਸਟੇਟ ਦਾ ਜਿਹੜਾ ਰੋਲ ਸੀਗਾ, ਗੱਲ ਉੱਥੇ ਆ ਜਾਂਦੀ ਹੈ। ਇਹ ਜਿਹੜੀ ਇਨਕੁਆਇਰੀ ਰਿਪੋਰਟ ਆ, ਆਪਾਂ 1 ਦੀ ਗੱਲ ਕਰਦੇ ਹਾਂ, 2 ਦੀ ਗੱਲ ਕਰਦੇ ਹਾਂ, ਮੈਂ ਸਟੇਟ ਦੇ ਰੋਲ ਦੀ ਗੱਲ ਕਰਦਾ। ਕੀ ਸਟੇਟ ਆਪਣਾ ਰੋਲ ਐਕਸਪੋਜ਼ ਹੋਣ ਦੇਗੀ? ਇਹਦੇ ਚ ਗੱਲ ਇਹ ਵੀ ਨਹੀਂ ਕਿ ਸਮੇਤ ਸਿਆਣੀ DGP ਹੈ ਜਾਂ ਕੌਣ ਹੈ ਕੌਣ। ਬਿਲਕੁਲ। ਮੈਨੂੰ ਯਾਦ ਹੈ ਕਿ ਜਦੋਂ ਸਾਹਿਬ ਬੇਅੰਤ ਸਿੰਘ ਬਣੇ ਮੁੱਖ ਮੰਤਰੀ ਤੇ DR ਭੱਟੀ ਉਦੋਂ ਹੁੰਦੇ ਸੀ DIG, ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਡੈਪੂਟੇਸ਼ਨ ਪੁਲਿਸ ਅਫਸਰਾਂ ਦਾ ਇਹਨਾਂ ਨੂੰ ਮਿਲਿਆ ਸੀ ਕਿ ਅਸੀਂ ਸਾਡੇ ਤੇ ਜਿੰਨੇ ਪਿਛਲੇ ਸਾਡੇ ਐਕਸ਼ਨਸ ਹੈਗੇ ਉਹਨਾਂ ਤੇ ਸਾਨੂੰ ਇਮਿਊਨਿਟੀ ਦਿੱਤੀ ਜਾਵੇ, ਤੇ ਇਮਿਊਨਿਟੀ ਸਾਰਿਆਂ ਨੂੰ ਅਲਟੀਮੇਟਲੀ ਮਿਲ ਗਈ ਸੀਗੀ। ਠੀਕ ਹੈ ਜੀ। ਸਮੇਤ ਸਿਆਣੀ ਦੇ ਖਿਲਾਫ ਸਿਰਫ ਇਹ ਮਿਲਟਰੀ ਰਿਲੇਟਡ ਹੀ ਕੇਸ ਨਹੀਂ ਗਏ। ਇੱਕ ਕੇਸ ਜਦੋਂ ਇਹ ਲੁਧਿਆਣੇ ਸੀ SSP ਉਸ ਵੇਲੇ ਦਾ ਵੀ ਹੈ, ਜਿਹੜਾ ਇਹਨਾਂ ਦੇ ਸਿਆਣੀ ਮੋਟਰਸ ਦਾ ਕੇਸ 3 ਬੰਦੇ ਮਾਰੇ ਗਏ ਸੀ। ਉਹ ਕੇਸ ਅੱਜ ਤੱਕ ਚੱਲਿਆ ਹੀ ਨਹੀਂ। CBI ਨੇ ਇਨਕੁਆਇਰੀ ਕੀਤੀ ਸੀ। ਜੇ ਉਹ ਕੇਸ ਨਹੀਂ ਚੱਲਿਆ, ਅਸੀਂ ਕਿਵੇਂ ਸਪਸ਼ਟ ਕਰਦੇ ਹਾਂ ਕਿ ਕੱਲ ਬਰਗਾੜੀ ਦਾ ਕੇਸ ਚੱਲੇਗਾ? ਇਹ ਜਿਹੜੀ ਇਹਨਾਂ ਲੋਕਾਂ ਨੂੰ ਇਮਿਊਨਿਟੀ ਹੈ ਸਟੇਟ ਵੱਲੋਂ, ਸਟੇਟ ਦੀ ਇਮਿਊਨਿਟੀ ਹੈ, ਉਹ ਇਹ ਨਾ ਤਾਂ ਇਨਕੁਆਇਰੀ ਰਿਪੋਰਟ ਬਾਹਰ ਆਉਣ ਦਿੰਦੀ ਹੈ ਤਾਂ ਨਾ ਇਹਨਾਂ ਤੇ ਲੋਕਾਂ ਤੇ ਕੋਈ ਕੇਸ ਚੱਲਣ ਦਿੰਦੀ ਹੈ। ਜਿਹੜਾ ਤੁਸੀਂ ਬਰਗਾੜੀ ਦੀ ਗੱਲ ਕੀਤੀ ਹੈ ਕਿ ਬਰਗਾੜੀ ਦੀ ਫਾਈਲ ਖੁੱਲੇਗੀ, ਸਭ ਨੂੰ ਪਤਾ ਹੈ ਵੀ ਕਿੱਥੇ ਕੀ ਹੋਇਆ ਹੈ। ਹਾਂ, ਜਨਤਾ ਨੂੰ ਖੁੱਲੀ ਪਈ ਹੈ ਗੱਲ। ਜਦੋਂ ਮੈਂ ਵਾਰ-ਵਾਰ ਸੁਣੀ ਇੱਕ ਸਪੀਚ ਅਰਵਿੰਦ ਕੇਜਰੀਵਾਲ ਹੋਰਾਂ ਦੇ ਇਲੈਕਸ਼ਨ ਤੋਂ ਪਹਿਲਾਂ ਕਿ ਸਭ ਨੂੰ ਪਤਾ ਹੈ ਵੀ ਕੌਣ ਕਸੂਰਵਾਰ ਹੈ, ਅਸੀਂ ਅੰਦਰ ਦੇਂਗੇ। ਅੱਜ ਤੱਕ ਹੁਣ ਸਾਲ ਹੋ ਚੱਲਿਆ ਸਰਕਾਰ ਨੂੰ, ਕੀ ਹੋਇਆ? ਬਿਲਕੁਲ ਵੱਡਾ ਸਵਾਲ ਹੈ। ਹਾਂਜੀ, ਇਹਦਾ ਮਤਲਬ ਕਿਤੇ ਕੋਈ ਰੋਡ ਬਲੌਕ ਹੈ ਐਸਾ ਜਿਹੜਾ ਕ੍ਰਾਸ ਨਹੀਂ ਕੀਤਾ ਜਾ ਸਕਦਾ। ਭਾਜੀ ਫਿਰ ਜਿਹੜਾ 7 ਤਰੀਕ ਨੂੰ ਮੋਰਚਾ ਲੱਗਣ ਜਾ ਰਿਹਾ, ਕਹਿੰਦੇ ਕਿ ਸਾਰੇ ਪੰਥਕ ਮਸਲਿਆਂ ਤੇ ਸਾਂਝਾ ਮੋਰਚਾ, ਉਹਦੀ ਰੂਪਰੇਖਾ ਕੀ ਹੈ? ਉਹਦੇ ਪਿੱਛੇ ਕੀ ਏਜੰਡਾ ਕਿ ਕੀ ਸਰਕਾਰਾਂ ਨੂੰ ਝੁਕਾ ਕੇ ਅਸੀਂ ਉਹ ਇਨਸਾਫ ਲੈਣਾ, ਜਾਂ ਉਹਦੇ ਪਿੱਛੇ ਸਾਰੇ ਪੰਥਕ ਪਹਿਲੋਂ ਦੇ ਲਈ ਇਕੱਠ ਕਰਕੇ ਦੁਬਾਰਾ ਪੰਥਕ ਰਾਜਨੀਤੀ ਵੱਲ ਪੰਜਾਬ ਨੂੰ ਮੋੜਾ ਦੇਣਾ? ਕਿਵੇਂ ਦੇਖਦੇ ਹੋ ਸਾਰੇ? ਉਹ ਪਹਿਲਾਂ ਤਾਂ ਪ੍ਰੋਗਰਾਮ ਦੱਸੋ ਸਾਨੂੰ ਕੀ ਹੈ ਸਰ। ਅਸਲ 'ਚ ਤਾਂ ਉਹ ਪੰਥਕ ਕੋਈ ਆਇਆ ਨਹੀਂ ਹੈ ਕਿ ਵੀ ਸਾਰਾ ਪੰਥ ਉਹਦੇ 'ਚ ਸ਼ਾਮਲ ਹੈ ਜਾਂ ਵੱਖ-ਵੱਖ ਜਥੇ, ਸਭ ਨੂੰ ਸੱਦਾ ਦਿੱਤਾ ਹੈ। ਸਾਰੀਆਂ ਜਥੇਬੰਦੀਆਂ ਨੇ, ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਇੱਕ ਫੈਸਲਾ ਕੀਤਾ ਔਰ ਉਹ ਆਧਾਰ ਕਿਹੜੀ ਗੱਲ ਨੂੰ ਬਣਾ ਰਹੇ ਨੇ? ਉਹਨਾਂ ਦਾ ਆਧਾਰ ਇਹ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖੀ ਹੈ ਸਾਰਿਆਂ ਦੇ ਨਾਲ, ਜਿਹੜੇ ਵੀ ਉਹਨਾਂ ਦੇ ਇੱਕ
ਵਕੀਲ ਤੇ ਜਾਂ ਉਹਨਾਂ ਦੇ ਇੱਕ ਧਰਮ ਪਿਤਾ ਬਣੇ ਹੋਏ ਨੇ, ਨਾਮ ਮੇਰੇ ਦਿਮਾਗ 'ਚ ਨਹੀਂ ਆਇਆ, ਉਹਦੇ 'ਚ ਉਹਨਾਂ ਨੇ ਆ ਕੇ ਦੱਸਿਆ ਕਿ ਉਹਨਾਂ ਦੀ ਇੱਕ ਇੱਛਾ ਹੈ ਕਿ ਜਿੰਨੇ ਵੀ ਪੰਥਕ ਮੁੱਦਿਆਂ ਤੇ ਅਲੱਗ-ਅਲੱਗ ਮੋਰਚੇ ਚੱਲਦੇ ਨੇ ਉਹ ਇੱਕ ਇਕੱਠੇ ਹੋ ਜਾਣ ਤਾਂ ਕਿ ਕੌਮ ਦੀ ਤਾਕਤ ਨਾਲ ਵੱਡੀ ਜਾਵੇ ਉਸ ਲੈਵਲ ਤੇ। ਉਹੀ ਜੀ ਇੱਕ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ 'ਚ ਹੋਈ ਸੀ, ਜਿਨ੍ਹਾਂ ਨੇ ਇਹ ਫੈਸਲਾ ਕੀਤਾ। ਉਹਨਾਂ ਨੇ ਕਹਿੰਦੇ ਨੇ ਅਸੀਂ ਬਾਈਬਲ ਵਾਲਿਆਂ ਨਾਲ ਵੀ ਗੱਲ ਕੀਤੀ ਹੈ, ਅਸੀਂ ਉਹ ਜਿਹੜੇ ਸੂਰਤ ਸਿੰਘ ਹੋਣੀ ਬੈਠੇ ਨੇ ਬੰਦੀ ਸਿੰਘਾਂ ਵਾਲੇ, ਉਹਨਾਂ ਨਾਲ ਵੀ ਗੱਲ ਕੀਤੀ ਹੈ। ਇਸੇ ਤਰ੍ਹਾਂ ਉਹ ਜਿਹੜੇ ਇੱਕ 328 ਸਰੂਪਾਂ ਦੇ ਗੁੰਮ ਹੋਣ ਦਾ ਮਾਮਲੇ ਤੇ ਐਜੀਟੇਸ਼ਨ ਚੱਲ ਰਹੀ ਹੈ, ਉਹਨਾਂ ਨਾਲ ਵੀ ਗੱਲ ਕੀਤੀ ਹੈ। ਸਭ ਨਾਲ ਕੀਤੀ ਹੈ ਵੀ ਸਭ ਨੂੰ ਇੱਥੇ 7 ਤਰੀਕ ਨੂੰ ਇੱਕ ਮੋਰਚਾ ਲਾਇਆ ਜਾਵੇ ਪੱਕਾ। ਅਸਲ 'ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਪਹਿਲਾਂ ਵੀ ਇੱਕ ਵਾਰ ਗੁਰਬਖਸ਼ ਸਿੰਘ ਉਹਨਾਂ ਨੇ ਲਾਇਆ ਸੀ, ਜੇ ਆਪਣੇ ਸਾਰੇ ਯਾਦ ਹੋਣਾ, ਆਪ ਸਾਹਿਬ ਲੱਗਿਆ ਸੀ ਮੋਰਚਾ। ਹਾਂਜੀ, ਆਪ ਸਾਹਿਬ ਲੱਗਿਆ ਸੀ, ਕਾਫੀ ਦੇਰ ਉਹ ਜਿਹੜਾ ਚੱਲਿਆ ਸੀਗਾ। ਹੁਣ ਇਹਦੇ 'ਚ ਅਗਵਾਈ ਕਰਨ ਵਾਲੇ ਬੰਦੇ ਕੌਣ ਨੇ, ਕਿਹੜੀਆਂ ਜਥੇਬੰਦੀਆਂ ਨੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ। ਤੇ ਪਰ ਨਾਰਮਲੀ ਇਹ ਹੁੰਦਾ ਕਿ ਮੁੱਦੇ ਨਾਲ ਲੋਕ ਜੁੜ ਜਾਂਦੇ ਨੇ ਕਈ ਵਾਰ, ਜਿਵੇਂ ਬਾਈਬਲ ਆਪਣੇ ਗਏ ਸੀਗੇ, ਧਿਆਨ ਸਿੰਘ ਮੰਡੋ ਨਹੀਂ ਬੈਠ ਗਏ ਸੀ ਤੇ ਦਾਦੂ ਵਾਲੇ ਨਹੀਂ ਬੈਠ ਗਏ ਸੀ, ਲੋਕ ਜਾਣ ਵੀ ਲੱਗ ਗਏ ਸੀ ਤੇ ਵਿੱਚੋਂ ਫਿਰ ਲੋਕਾਂ ਦਾ ਹੋਈ ਨਾ ਕੀ ਇਹ ਸਾਰੇ ਮਾਮਲੇ ਇਦੋਂ ਪਹਿਲਾਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ ਤੇ ਜਦੋਂ ਸਰਬੱਤ ਖਾਲਸਾ ਤਾਂ ਨਾ ਕਹੋ, ਉਹਨੂੰ ਇੱਕ ਇਕੱਠ ਸੱਦਿਆ ਜਾਂਦਾ ਚੱਬੇ ਦੇ ਵਿੱਚ, ਇੰਨੇ ਲੋਕ, ਐਡੀ ਵੱਡੀ ਮੂਵਮੈਂਟ ਲਗਾਤਾਰ ਚੱਲ ਰਹੀ ਸੀ, ਉਹ ਡੀਰੇਲ ਹੋ ਗਈ ਕਿਉਂਕਿ ਉਹ 'ਚੋਂ ਤੁਰੰਤ ਪੋਲਿਟਿਕਸ ਜਿਹੜਾ ਕੱਢਣ ਦਾ ਕੁਐਸਚਨ ਸੀਗਾ, ਅਲੱਗ-ਅਲੱਗ ਟਾਈਪ ਦਾ, ਆਪੋ ਆਪਣੇ ਜਥੇਦਾਰ ਨਿਯੁਕਤ ਕਰ ਲਓ, ਬਾਕੀ ਚੀਜ਼ਾਂ ਕਰ ਲਓ, ਹੋਰ ਉਹ ਮੁੱਦਾ ਕਿਤੇ ਖਿੰਡ ਜਾਂਦਾ। ਹੁਣ ਤੱਕ ਇਹ ਵਾਪਰਦੀ ਰਹੀ ਹੈ ਜਿਹੜੀ ਸਾਰੇ ਮਾਮਲੇ ਦੇ ਵਿੱਚ। ਔਰ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ 7 ਤਰੀਕ ਤੋਂ ਇੱਕ ਐਫਰਟ ਹੈ ਸਾਰਿਆਂ ਨੂੰ ਮਤਲਬ ਇਕੱਠੇ ਕਰਨ ਦੀ, ਇਹ ਉਹੀ ਸਾਰਾ ਮੇਰੇ ਖਿਆਲ ਨਾਲ ਗਰੁੱਪ ਨੇ ਜਿਹੜੇ ਲਗਾਤਾਰ ਥੋੜੇ ਰੂਪ ਦੇ ਵਿੱਚ ਆਪੋ ਆਪਣੀ ਗੱਲ ਕਹਿੰਦੇ ਆ ਰਹੇ ਨੇ। ਔਰ ਇਹ ਮੁੱਦੇ ਪੰਥ ਦੇ ਹੈਗੇ ਹੀ ਨੇ, ਇਸ ਤਾਂ ਕੋਈ ਦੋਰਾਵਾ ਨਹੀਂ ਕਿ ਪੰਥ ਦੇ ਮੁੱਦੇ ਨਾ ਹੋਣ ਜਾਂ ਉਹ ਸੈਂਟੀਮੈਂਟ ਜਾਂ ਭਾਵਨਾਵਾਂ ਨਾਲ ਜੁੜਿਆ ਹੋਇਆ ਇਸ਼ੂ। ਔਰ ਕੁਐਸਚਨ ਅਸਲ ਦੇ ਵਿੱਚ ਮੈਨੂੰ ਲੱਗਦਾ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਖਲਾ ਹੈ, ਪੰਥਕ ਸਿਆਸਤ ਦੇ ਵਿੱਚ, ਔਰ ਉਹ ਖਲਾ ਕੀ ਇਸ ਰਸਤੇ ਰਾਹੀਂ ਭਰਿਆ ਜਾਏਗਾ ਜਾਂ ਉਹਦਾ ਕੋਈ ਹੋਰ ਤਰੀਕਾ ਹੋਏਗਾ, ਇਹ ਵੱਡਾ ਸਵਾਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ। ਅਜੇ ਇਹ ਵੀ ਨਹੀਂ ਪਤਾ ਕਿ ਵਾਕਈ ਬਾਈਬਲ ਵਾਲੇ ਮੰਨ ਗਏ ਇੱਥੇ ਆਉਣਗੇ ਇਸੇ ਉਹ ਫਿਲਹਾਲ ਉਹਨਾਂ ਨੇ ਚੱਕ ਦਿੱਤਾ ਹੋਇਆ ਬਾਈਬਲ ਵਾਲਾ ਮੋਰਚਾ। ਉਹਨਾਂ ਨੇ ਕਿਹਾ ਹੋਇਆ ਕਿ ਅਸੀਂ ਉੱਥੇ, ਉਹਨਾਂ ਨੇ ਤਾਰੀਖ ਵੀ ਦਿੱਤੀ ਹੈ ਕਿ ਜਨਵਰੀ ਤੱਕ ਉਹਨੇ ਡਿਲੇ ਕੀਤਾ ਸੀ ਵੀ ਉਦੋਂ ਅਸੀਂ ਇੱਕ ਫੈਸਲਾ ਕਰਾਂਗੇ। ਹੋ ਸਕਦਾ ਉਹਦੇ ਫੈਸਲਾ ਇਹ ਹੋ ਗਿਆ ਹੋਵੇ, ਉਹਦੇ ਨਾਲ ਜੁੜ ਕੇ ਇਸ ਲੈਵਲ ਦੀ ਗੱਲ ਹੈ। ਔਰ ਉਹਨਾਂ ਤੇ ਇੰਡੀਵਿਜੂਅਲ ਵੀ ਥੋੜੇ ਜਿਹੇ ਇਲਜ਼ਾਮ ਲੱਗੇ, ਜਿਹੜੇ ਸੁਖਰਾਜ ਸਿੰਘ ਨੇ ਇਸੇ ਕਰਕੇ ਕਿਹਾ ਨਾ ਵੀ ਸਾਡੇ ਪਰਿਵਾਰ ਤੇ ਇਲਜ਼ਾਮ ਲੱਗਦਾ, ਅਸੀਂ ਕੋਈ ਪੈਸੇ ਕੱਟੇ। ਉਹਨੇ ਆਪਣੇ ਭਾਈ ਤੋਂ ਨੌਕਰੀ ਛਡਾਉਣ ਦਾ ਵੀ ਐਲਾਨ ਉੱਥੇ ਕੀਤਾ ਸੀ ਉਸੇ ਦਿਨਾਂ ਦੇ ਵੀ, ਜਿਹੜੀ ਸਰਕਾਰ ਨੇ ਦਿੱਤੀ ਸੀ। ਇਸ ਕਰਕੇ ਇਹ ਮੁੱਦੇ ਜਿਹੜੇ ਪੰਥ ਦੇ ਮੁੱਦੇ ਨੇ, ਔਰ ਜਿਵੇਂ ਲੋਕਾਂ 'ਚ ਤਲਾਸ਼ ਹੈ ਜਸਟਿਸ ਦੀ, ਇਨਸਾਫ ਦੀ, ਕਿਤੋਂ ਨਜ਼ਰ ਉਹ ਆ ਨਹੀਂ ਰਹੀ। ਕੋਈ ਸੰਸਥਾ ਇਹੋ ਜਿਹੀ ਹੈ ਨਹੀਂ, ਨਾ ਪੋਲਿਟਿਕਸ ਦੇ ਵਿੱਚ ਹੈ, ਨਾ ਜੁਡੀਸ਼ਰੀ ਦੇ ਵਿੱਚ ਹੈ, ਨਾ ਕਿਸੇ ਹੋਰ ਮਾਮਲੇ ਦੇ ਵਿੱਚ ਹੈ। ਨਹੀਂ ਤਾਂ ਕਈ ਮੁੱਦੇ ਹੁੰਦੇ ਨਾ ਸਟੇਟ ਦੇ ਵੀ ਚੱਲ ਥੋੜਾ ਜਿਹਾ ਇੱਥੋਂ ਮਿਲਦਾ ਦਿਖਾਈ ਦਿੰਦਾ ਹੁੰਦਾ ਵੀ ਚਲ ਉਹਨੇ ਕੇ ਨਾਲ ਕਥਾਰਸਜ ਹੋ ਜਾਂਦਾ, ਉਹ ਨਹੀਂ ਹੋ ਰਿਹਾ। ਇਸ ਕਰਕੇ ਵੱਡਾ ਮੁੱਦਾ ਹੁਣ 7 ਤੋਂ ਬਾਅਦ ਉਹ ਕੀ ਰੂਪ ਲੈਂਦਾ ਉਹਦੇ ਤੋਂ ਡਿਸਾਈਡ ਹੋਏਗਾ। ਜਗਤਾਰ ਭਾਜੀ, ਜਿਹੜਾ ਹਮੀਰ ਸਿੰਘ ਭਾਜੀ ਉਹ ਕਹਿ ਰਹੇ ਨੇ ਕਿ ਪੰਥਕ ਸਿਆਸੀ ਖਲਾਅ ਵੀ ਪੰਜਾਬ 'ਚ ਖੜਾ ਹੈ, ਪਰ ਮੈਨੂੰ ਇਹਦੇ ਨਾਲ ਲੱਗਦਾ ਕਿ ਰਾਜਨੀਤਿਕ ਖਲਾਅ ਵੀ ਅਜੇ ਨਹੀਂ ਪੂਰਾ ਹੋਇਆ। ਇਸ ਲਈ ਕੀ ਇਹ ਖਲਾਅ ਪੂਰਾ ਹੋਏਗਾ ਇਸ ਸੰਗਠਨ ਰਾਹੀਂ ਜਾਂ ਇਸ ਸਾਂਝੇ ਮੋਰਚੇ ਰਾਹੀਂ, ਜਾਂ ਫਿਰ ਅਕਾਲੀ ਦਲ ਨੂੰ ਪੰਥਕ ਸਿਆਸਤ ਵੱਲ ਮੁੜਨਾ ਪੈਣਾ? ਕਿ ਉਸ ਤੋਂ ਹੀ ਜਿਹੜਾ ਹਮੇਸ਼ਾ ਧੋਖਾ ਵੀ ਦਿੰਦਾ ਰਿਹਾ ਪੰਥ ਨੂੰ, ਉਸ ਅਕਾਲੀ ਦਲ ਤੋਂ ਆਸ ਕਰਦੇ ਹੋ ਕੋਈ? ਇਹ ਜੀ ਬੜੀ ਇੰਟਰਸਟਿੰਗ ਇਹ ਟਰਮੀਨੋਲੋਜੀ ਹੈ। ਜਦੋਂ ਹਮੀਰ ਜੀ ਜਾਂ ਇਸ ਤੋਂ ਪਹਿਲਾਂ ਵੀ ਮੈਂ ਵੀ ਗੱਲ ਕਰਦਾ ਹੁੰਦਾ ਪੰਥਕ ਜਥੇਬੰਦੀਆਂ, ਉਹਨਾਂ ਦੇ ਅਸੀਂ ਅਕਾਲੀ ਦਲ ਨੂੰ ਨਹੀਂ ਗਿਣਦੇ ਅੱਜ ਕੱਲ੍ਹ। ਹਾਂ, ਕਿਉਂਕਿ ਉਹਨੇ ਗਵਾ ਇਹ ਦੁਖਾਂਤ ਅਸਲੀ ਇਹ ਹੈ। ਪਹਿਲੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਇਹ ਆਪਣੇ ਆਪ ਨੂੰ ਪੰਥ ਤੋਂ ਪਾਸੇ ਕਿਵੇਂ ਹੋ ਗਈ, ਪਾਰਟੀ ਕਰ ਗਈ ਗੱਲ ਉਹ ਹੈ। ਹੁਣ ਇੱਕ ਫਰਿੰਜ ਹੈ ਜੀ, ਛੋਟੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਅਸੀਂ ਪੰਥਕ ਜਥੇਬੰਦੀਆਂ ਕਹਿੰਦੇ ਹਾਂ। ਉਹਨਾਂ ਦੇ ਲੀਡਰਾਂ ਦੇ ਮੈਨੂੰ ਕਹਿਣਾ ਪੈਂਦਾ ਅਫਸੋਸ ਨਾਲ ਬੜੇ ਛੋਟੇ ਇੰਟਰਸਟ ਹੈ ਜੀ ਨਿੱਜੀ ਜ਼ਿਆਦਾ ਹੈ। ਚੱਬੇ ਬਹੁਤ ਵੱਡਾ ਇਕੱਠ ਹੋਇਆ ਸੀ ਜਿਹਦਾ ਜ਼ਿਕਰ ਹੁਣੇ ਹਮੀਰ ਜੀ ਨੇ ਕੀਤਾ। ਕਈ ਲੱਖ ਬੰਦਾ ਇਕੱਠਾ ਹੋ ਗਿਆ ਤੇ ਜਦੋਂ ਉਹ ਸਟੇਜ ਤੋਂ ਆ ਛੋਟੀ ਪੋਲਿਟਿਕਸ ਸ਼ੁਰੂ ਹੋਈ, ਨਾਲ ਹੀ ਲੋਕ ਉੱਠਣੇ ਸ਼ੁਰੂ ਹੋ ਗਏ ਸੀ। ਮੁੜ ਕੇ ਜਥੇਦਾਰ ਬਣਨੇ ਸ਼ੁਰੂ ਹੋਏ, ਮੁੜ ਕੇ ਉਹ ਸਾਰੇ ਸੰਘਰਸ਼ ਹੀ ਖੰਡ ਪੁੱਟ ਗਿਆ। ਇਸ ਕਰਕੇ ਮੈਨੂੰ ਇਹਨਾਂ ਲੋਕਾਂ ਤੇ ਆਸ ਨਹੀਂ ਹੈ। ਖਲਾ ਹੈਗਾ, ਖਲਾ ਬਹੁਤ ਵੱਡਾ ਹੈ ਔਰ ਖਲਾ ਇਹ ਮਾੜਾ ਹੈ। ਇਹ ਚਿੰਤਾ ਸਪੇਸ
ਵੇਕਟ ਕਦੇ ਨਹੀਂ ਰਹਿੰਦੀ ਹੁੰਦੀ। ਉਹ ਸਪੇਸ ਕੌਣ ਲਏਗਾ, ਗੱਲ ਇਹ ਦੇਖਣ ਵਾਲੀ ਹੈ। ਅਕਾਲੀ ਦਲ ਦੀ ਕੈਪੈਸਿਟੀ ਨਹੀਂ ਹੈ ਇਸ ਲੀਡਰਸ਼ਿਪ ਦੀ ਆਪਣੇ ਆਪ ਨੂੰ ਰਿਵਿਊ ਕਰਨ ਦੀ। ਅੱਛਾ ਜੀ, ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਉਹਨਾਂ ਨੇ ਤਾਂ ਇਹ ਵੀ ਰਿਵਿਊ ਨਹੀਂ ਕੀਤਾ ਵੀ ਅਸੀਂ ਹਾਰੇ ਕਿਉਂ। ਹਾਂ, ਅਜੇ ਵੀ ਉਹੀ ਗਲਤੀਆਂ ਫਿਰ ਕਰੀ ਜਾਂਦੇ ਨੇ, ਉਹੀ ਗਲਤੀਆਂ ਫਿਰ ਕਰੀ ਜਾ ਰਹੇ ਹੈ। ਔਰ ਇਹਨਾਂ ਲੀਡਰਾਂ ਦੀ ਉਹੀ ਬਾਡੀ ਲੈਂਗੁਏਜ ਹੈ ਇੱਥੋਂ ਤੱਕ। ਵੀਰ ਭਾਜੀ, ਫਿਰ ਜਿਹੜੀਆਂ ਅਕਾਲੀ ਦਲ ਚੋਂ ਨਿਕਲ ਰਹੇ ਵਿੰਗ ਨੇ, ਚਾਹੇ ਮਤਲਬ ਕਿ ਅਲੱਗ ਹੋ ਗਏ ਹੈ ਨਾ, ਢੀਂਡਸੇ ਹੋਰੀ, ਚਾਹੇ ਹੁਣ ਬੀਬੀ ਜਗੀਰ ਕੌਰ ਹੋਰੀ ਅੱਡ ਹੋ ਗਏ, ਸੋ ਕੀ ਇਹਨਾਂ ਤੋਂ ਕੋਈ ਆਸ ਕਰੋਗੇ ਜਾਂ ਫਿਰ ਮਤਲਬ ਕਿ ਅਜੇ ਖਿਲਾ ਏਦਾਂ ਹੀ ਹੰਡਾਉਣਾ ਪਊਗਾ? ਪਰ ਜਿਵੇਂ ਜਗਤਾਰ ਭਾਜੀ ਕਹਿ ਰਹੇ ਖਤਰਨਾਕ ਹੈ ਫਿਰ ਖਿਲਾ। ਨਹੀਂ ਦੇਖੋ, ਖਿਲਾ ਤਾਂ ਰਹਿੰਦੇ ਨਹੀਂ ਹੁੰਦਾ, ਉਹ ਕਾਸੇ ਨਾਲ ਤਾਂ ਭਰਨਾ। ਜਿਵੇਂ ਕਹਿੰਦੇ ਨੇ ਜੇ ਚੱਜ ਦੀ ਚੀਜ਼ ਨਾਲ ਨਹੀਂ ਭਰੂ, ਕੂੜੇ ਕਰਕਟ ਨਾਲ ਭਰ ਉਹਨੇ ਭਰਨਾ ਹੀ ਹੈ ਨਾ, ਜਿਹਦੇ ਨਾਲ ਮਾਹੌਲ ਖਰਾਬ ਹੋਇਆ। ਔਰ ਜਿਵੇਂ ਮਿਲੀਟੈਂਸੀ ਦੇ ਦੌਰਾਨ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਸਾਡੇ ਇੱਕ ਪੀੜ੍ਹੀ ਮਾਰੀ ਗਈ ਲੀਡਰਸ਼ਿਪ ਦੀ। ਮੈਂ ਕਈ ਵਾਰ ਪਹਿਲਾਂ ਵੀ ਕਿਹਾ, ਚਾਹੇ ਉਹ ਖਾਲਿਸਤਾਨੀ ਸਾਈਡ ਦੇ ਬੰਦੇ ਸੀ ਕਿਉਂਕਿ ਮੂਵਮੈਂਟ ਚ ਆਏ ਸੀ, ਚਾਹੇ ਉਹ ਖਾਲਿਸਤਾਨੀਆਂ ਨੇ ਮਾਰੇ ਦੂਜੇ ਧਿਰ ਦੇ ਲੈਫਟ ਦੇ ਜਾਂ ਬਾਕੀ ਚਾਹੇ ਉਹਨਾਂ ਨੇ ਮਾਰੀ ਗਈ, ਜਿਹਦੇ ਕਰਕੇ ਆਹ ਲੀਡਰਸ਼ਿਪ ਸਾਡੇ ਕੋਲ ਹੈਗੀ ਹੈ ਜਿਹੜੀ ਬਾਕੀ। ਔਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਹੁਣ ਅਸਲ ਦੇ ਵਿੱਚ ਕੁਝ ਗਰੁੱਪ ਤਾਂ ਉਹ ਨੇ ਜਿਹੜੇ ਐਂਟੀ ਬਾਦਲ ਸਲੋਗਨ ਹੀ ਲੈ ਕੇ ਚੱਲਦੇ ਨੇ, ਹੈ ਨਾ, ਕਿ ਇਹਨਾਂ ਨੂੰ ਲਾਉਣਾ ਗੱਦੀ ਤੋਂ ਜੋ ਮਰਜ਼ੀ ਹੋ ਜਾਏ। ਉਹ ਵੀ ਕੋਈ ਕ੍ਰੀਏਟਿਵ ਇੱਕ ਡਿਫਰੈਂਟ ਪੋਲੀਟੀਕਲ ਏਜੰਡਾ ਤੇ ਪ੍ਰੋਗਰਾਮ ਲੈ ਕੇ ਨਹੀਂ ਨਾ ਆ ਰਹੇ। ਤੇ ਜਦੋਂ ਕੇਵਲ ਐਂਟੀ ਬਾਦਲ ਪਰਿਵਾਰ ਹੀ ਸਲੋਗਨ ਹੋਏਗਾ ਤਾਂ ਆਟੋਮੈਟਿਕਲੀ ਉਹ ਪਰਿਵਾਰ ਤਾਂ ਤੁਹਾਡੇ ਤੋਂ ਵੱਡਾ ਹੀ ਹੈ ਨਾ, ਉਹਨੂੰ ਹੀ ਢਾਉਣ ਚ ਲੱਗੋ, ਬਾਕੀ ਬਾਅਦ ਚ ਦੇਖਾਂਗੇ। ਇੱਕ ਧਿਰ ਉਹ ਹੁੰਦੀ ਹੈ ਕਿ ਜਿਹੜੀ ਇਹ ਕਹਿੰਦੀ ਹੈ ਕਿ ਸਾਡਾ ਪੋਲੀਟੀਕਲ ਏਮ ਕੀ ਹੈ। ਹੁਣ ਇੱਕ ਜ਼ਮਾਨੇ ਤੱਕ ਜਿਹੜਾ ਵੀ ਹੁੰਦਾ, ਮੰਨ ਲਓ ਜਦੋਂ ਅਕਾਲੀ ਦਲ ਇਦੋਂ ਪਹਿਲਾਂ ਵੀ, ਜੇ ਬਲੂ ਸਟਾਰ ਤੋਂ ਪਹਿਲਾਂ ਦੀ ਵੀ ਗੱਲ ਹੈ, ਜਦੋਂ ਸੰਤ ਭਿੰਡਰਾਂ ਵਾਲੇ ਵੀ ਸੀ, ਇੱਕ ਨਿਸ਼ਾਨਾ ਸੀ ਕਿ ਆਹ ਅਨੰਦਪੁਰ ਸਾਹਿਬ ਦਾ ਮਤਾ ਸਾਡਾ ਪੋਲੀਟੀਕਲ ਗੋਲ ਹੈ। ਤੇ ਚੱਲਿਆ ਤਾਂ ਉਹ ਪਾਣੀ ਦੇ ਮੋਰਚੇ ਤੋਂ ਸੀ, ਪਾਣੀ ਦਾ, ਬਾਕੀ ਉਹ ਪੋਲੀਟੀਕਲ ਏਮ ਹੋ ਗਿਆ। ਔਰ ਦੋਨਾਂ ਦੇ ਇੱਕ ਗੱਲ ਕਹਿੰਦੇ ਸੀ, ਸੰਤ ਲੌਂਗੋਵਾਲ ਵੀ ਬੋਲਦੇ ਸੀ, ਔਰ ਦੋਨਾਂ ਦੀ ਰਿਸਪੈਕਟ ਵੀ ਇੱਕ ਦੂਜੇ ਦੀ ਸੀਗੀ। ਤੇ ਉਹ ਇਹੀ ਬੋਲਦੇ ਸੀ ਵੀ ਇਦੋਂ ਪਿੱਛੇ ਨਹੀਂ ਹਟਣ ਦੇਣਾ, ਹੈ ਨਾ, ਇਹ ਤੋਂ ਪਿੱਛੇ ਸਮਝੌਤਾ ਨਹੀਂ ਕਰਨਾ। ਜਿਵੇਂ ਕਿਸਾਨ ਅੰਦੋਲਨ ਚ ਹੋਇਆ, ਕਿਸਾਨ ਉੱਥੇ ਲੋਕ ਬੈਠੇ ਸੀ ਸਾਰੇ, ਵੀ ਲੀਡਰਾਂ ਨੂੰ ਉਦੋਂ ਘੱਟ ਨਹੀਂ ਮੁੜਨ ਦੇਣਾ। ਬਾਕੀ ਗੱਲਾਂ ਤਾਂ ਇਦੋਂ ਬਾਅਦ ਦੀਆਂ ਨੇ, ਕਿਸੇ ਨੇ ਕੁਛ ਜੋੜੀ, ਕਿਸੇ ਨੇ ਕੁਛ ਜੋੜੀ, ਉਹ ਅਲੱਗ ਟਾਈਮ ਦੇ। ਉਦੋਂ ਬਾਅਦ ਪੋਲੀਟੀਕਲ ਏਜੰਡਾ ਕੀ ਹੈ? ਫਿਰ ਇੱਕ ਪੋਲੀਟੀਕਲ ਏਜੰਡੇ ਦੇ ਤੌਰ ਤੇ ਆ ਵੱਡੇ ਲੀਡਰ ਸਾਡੇ ਤੈਅ ਕਰਦੇ ਨੇ, ਕਈ ਅਮਰਿੰਦਰ ਸਿੰਘ ਵੀ ਉਹਦੇ ਵਿੱਚ ਸੀਗੇ ਤੇ ਟੌੜਾ ਸਾਹਿਬ ਵੀ ਉਹਦੇ ਵਿੱਚ ਸੀ, ਜਿਹਨੂੰ ਅੰਮ੍ਰਿਤਸਰ ਐਲਾਨਨਾਮਾ ਕਿਹਾ ਜਾਂਦਾ, ਜਿਹੜਾ ਉਦੋਂ ਬਾਅਦ ਇਸ ਲੈਵਲ ਤੇ ਆਇਆ, ਬਰਨਾਲੇ ਤੋਂ ਬਾਅਦ, ਚੀਫ ਮਿਨਿਸਟਰ ਤੋਂ ਬਾਅਦ। ਔਰ ਉਸ ਤੋਂ ਬਾਅਦ ਅੱਜ ਪੰਥਕ ਸ਼ਖਸੀਅਤਾਂ ਦਾ, ਜਥੇਬੰਦੀਆਂ ਦਾ, ਜਿਹੜੀ ਵੀ ਹੈ, ਉਹਦਾ ਪੋਲੀਟੀਕਲ ਏਜੰਡਾ ਕੀ ਹੈ? ਬਿਨਾਂ ਪੋਲੀਟੀਕਲ ਏਜੰਡੇ ਤੋਂ ਤੁਸੀਂ ਕਿਵੇਂ ਲੋਕ ਤੁਹਾਡੇ ਤੇ ਯਕੀਨ ਕਰਨਗੇ? ਤੁਸੀਂ ਵੱਖਰੇ ਹੋ ਤੇ ਉਸ ਤਰੀਕੇ ਨਾਲ ਚੱਲੋਗੇ। ਅਕਾਲੀ ਦਲ ਵੀ ਅਜੇ ਤੱਕ ਕਲੈਰਿਟੀ ਨਹੀਂ ਕਰ ਰਿਹਾ, ਜਿਹੜਾ ਪੁਰਾਣਾ ਹੈ ਉਹਦਾ ਤਾਂ ਖੈਰ ਏਜੰਡਾ ਹੀ, ਜਦੋਂ 96 ਤੋਂ ਬਾਅਦ ਬੀਜੇਪੀ ਨਾਲ ਅਨਕੰਡੀਸ਼ਨਲ ਸਪੋਰਟ ਤੇ ਤੁਸੀਂ ਚੱਲ ਪਏ, ਸਰੈਂਡਰ ਕਰ ਗਏ, ਤਾਂ ਤੁਸੀਂ ਉਹ ਸਾਈਡ ਮਿਸ ਕਰ ਗਏ ਜਿਹੜੇ ਆਪਣੀ ਬਾਕੀ ਸੀਗੀ। ਤੇ ਝੂੰਦਾ ਕਮੇਟੀ ਰਿਪੋਰਟ ਆਈ, ਕੋਰ ਕਮੇਟੀ ਕਹਿੰਦੀ ਆ ਮੰਨਾਂਗੇ, ਉਹ ਵੀ ਰੁਲ ਗਈ ਕਿਧਰੇ, ਪਤਾ ਨਹੀਂ ਕਿੱਥੇ ਆ ਨਾ, ਜਿਹੜੀ ਵੀ ਚੱਲਦੀ ਸੀ ਉਸ ਪੱਧਰ ਦੇ ਉੱਤੇ। ਇਹਨਾਂ ਨੂੰ ਲੱਗਦਾ ਵੀ ਹੁਣ ਥੋੜਾ ਜਿਹਾ ਬਗਾਵਤ ਜੀ ਖਤਮ ਹੋਈ ਹੈ। ਇੱਕ ਵਾਰ ਕੱਲੀ ਬਗਾਵਤ ਨਹੀਂ ਖਤਮ ਹੋਈ, ਕੱਲੇ ਕਰਕੇ ਤੁਹਾਡੇ ਲੀਡਰ ਖੁਰੇ। ਉਦੋਂ ਤੋਂ ਬਾਅਦ ਤਲਵੰਡੀ, ਟੌੜਾ ਸਾਹਿਬ ਨਾਲ ਰੌਲਾ, ਫਿਰ ਬਡਾਲਾ ਸਾਹਿਬ ਨੂੰ ਕੱਢ ਕੇ, ਫਿਰ ਡਿਫਰੈਂਟ ਟਾਈਪ ਬ੍ਰਹਮਪੁਰਾ ਨੇ ਵੀ ਅਲੱਗ ਬਣਾਈ। ਇਹ ਠੀਕ ਆ, ਬਾਅਦ ਚ ਇਕੱਠੇ ਹੋ ਗਏ ਆ ਕੇ ਵੀ, ਚਲੋ ਨਹੀਂ ਉਸ ਲੈਵਲ ਦਾ ਚੱਲਿਆ। ਫਿਰ ਢੀਂਡਸੇ ਤੱਕ ਫਿਰ ਸਾਰੇ ਬੰਦੇ ਆ ਰਹੇ ਨੇ, ਫਿਰ ਬੀਬੀ ਜਗੀਰ ਕੌਰ ਸਾਰੇ। ਔਰ ਜਦੋਂ ਇੰਨੀ ਪਾਰਟੀ ਖਿੰਡਦੀ ਹੁੰਦੀ ਹੈ ਤਾਂ ਇਹਦਾ ਮਤਲਬ ਕੋਈ ਗੱਲ ਹੈ ਨਾ ਕਿ ਤੁਸੀਂ ਫਿਰ ਵੀ ਇਹ ਕਹਿੰਦੇ ਹੋ ਵੀ ਜਿਹੜਾ ਵਗ ਗਿਆ ਸਗੋਂ ਚੰਗਾ। ਇਸ ਤਰੀਕੇ ਨਾਲ ਨਹੀਂ ਕੰਮ ਚੱਲਦਾ। ਤੁਸੀਂ ਤਾਂ ਇੱਕ ਬੰਦਾ ਵੀ ਜਾਵੇ, ਤੁਹਾਨੂੰ ਤਕਲੀਫ ਹੋਣੀ ਚਾਹੀਦੀ ਹੈ ਕਿ ਬੰਦਾ ਕਿਉਂ ਜਾ ਰਿਹਾ। ਉਹਦੇ ਕਰਕੇ ਨਾ ਤੁਹਾਡਾ ਪੋਲੀਟੀਕਲ ਨਿਸ਼ਾਨਾ, ਨਾ ਪਾਰਟੀ ਦੇ ਵਿੱਚ ਅੰਦਰੂਨੀ ਜਮਹੂਰੀਅਤ ਤੇ ਪਰਿਵਾਰਵਾਦ ਦੀ ਪਾਰਟੀ, ਘੱਟੋ ਘੱਟ ਅਕਾਲੀ ਦਲ ਇਹ ਨਾ ਚੌਟਾਲਿਆਂ ਵਰਗੀ ਪਾਰਟੀ ਨਹੀਂ ਹੈ। ਇਹ ਜਾਂ ਕਿਸੇ ਵੀ, ਜਿਵੇਂ ਆਪਾਂ ਕਹਿੰਦੇ ਆ, ਕਿਸੇ ਹੋਰ ਸੂਬੇ ਵਰਗੀ ਪਾਰਟੀ ਨਹੀਂ ਹੈ। ਇਹ ਪੰਥਕ ਵਿਚਾਰਧਾਰਾ ਨਾਲ ਜੁੜੀ ਹੈ। ਇਹਦੇ ਵਿੱਚ ਹੋਰ ਪਾਰਟੀਆਂ ਦੇ, ਇਸ ਲਈ ਇਹ ਫੈਮਿਲੀ ਪਾਰਟੀ ਨਹੀਂ ਚੱਲ ਸਕਦੀ ਕਿਸੇ ਵੀ ਰੂਪ ਦੇ ਵਿੱਚ। ਉਸ ਮਾਮਲੇ ਦੇ ਵਿੱਚ ਆਹ ਮਾਮਲਾ ਵੀ ਹੁਣ ਜਥੇਦਾਰ ਸਾਹਿਬ ਵੱਲੋਂ ਕਹਾਇਆ ਜਾ ਰਿਹਾ, ਜਿਵੇਂ ਜਥੇਦਾਰ ਕੌਂਕੇ ਦਾ ਮਾਮਲਾ ਵੀ ਆਇਆ। ਕਾਰਜਕਾਰੀ ਜਥੇਦਾਰ ਸਾਹਿਬ ਨੇ ਐਤਕੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਕਿ ਜੀ ਉਹ ਰਿਪੋਰਟ ਸਾਹਮਣੇ ਆਉਣੀ ਚਾਹੀਦੀ ਹੈ, ਜਨਤਕ ਹੋਣੀ ਚਾਹੀਦੀ ਹੈ। ਔਰ ਨਾਲ ਇਹ ਵੀ ਕਿਹਾ ਵੀ ਜ਼ਰੂਰੀ ਨਹੀਂ ਸਜ਼ਾ ਦਿਓ, ਘੱਟੋ ਘੱਟ ਹਿਸਟਰੀ ਦੇ ਰਿਕਾਰਡ 'ਚ ਤਾਂ ਦਰਜ ਹੋਵੇ ਨਾ ਕਿ ਆਹ ਕੁਝ ਵਾਪਰੇ ਹੈ, ਜਿਹੜੇ ਕੁਝ ਵਾਪਰੇ। ਔਰ ਜਥੇਦਾਰ ਸਾਹਿਬ ਹੁਣ ਕਹਿ ਰਹੇ ਨੇ, ਸਾਰੇ ਜਥੇਦਾਰ ਸਾਹਿਬਾਨ ਪਹਿਲਾਂ ਅਕਾਲੀ ਦਲ ਵੇਲੇ ਵੀ ਰਹੇ, ਕਾਂਗਰਸ ਵੇਲੇ ਵੀ ਰਹੇ, ਜਿਹੜਾ ਉਹ ਨਹੀਂ ਕਿਹਾ ਕਿ ਇਹਦਾ ਮਤਲਬ ਕੋਈ ਕਹਿ ਰਿਹਾ ਕਦੇ ਨਾ ਕਦੇ ਵੀ ਹੁਣ ਇਹ ਮੁੱਦੇ ਉਠਾਉਂਦੇ। ਬੰਦੀ ਸਿੰਘਾਂ ਦਾ ਮੁੱਦਾ ਵੀ ਇਹਨਾਂ ਨੇ ਉਠਾਇਆ
ਸ਼੍ਰੋਮਣੀ ਕਮੇਟੀ ਦਸਤਖਤ ਕਰਾ ਰਹੀ ਹੈ ਉਹਦੇ ਤੇ ਵੀ ਅੱਜ ਕੱਲ, ਔਰ ਸਾਰੀ ਇੱਕ ਜਨਰਲ ਕਮੇਟੀ ਬਣਾਉਣ ਦੀ ਟਰਾਈ ਕੀਤੀ, ਉਹ ਕਮੇਟੀ ਕਿੱਥੇ ਗਈ? ਸੰਗਰੂਰ ਇਲੈਕਸ਼ਨ ਤੱਕ ਉਹ ਉੱਡ ਗਈ, ਉਹਦੇ ਤੇ ਕੋਈ ਕੰਮ ਨਹੀਂ ਹੋ ਰਿਹਾ। ਮਤਲਬ ਤੁਹਾਡੇ ਤੇ ਭਰੋਸਗੀ ਕਿਵੇਂ ਪੈਦਾ ਹੋਵੇ, ਇਹ ਬਹੁਤ ਬੜਾ ਕੁਐਸਚਨ ਜਿਹੜੀ ਮੇਨ ਸਟ੍ਰੀਮ ਅਕਾਲੀ ਦਲ ਹੈ ਉਹਦੇ ਤੇ ਖੜਾ ਕਿ ਤੁਸੀਂ ਆਪਣੇ ਆਪ ਨੂੰ ਨਵਿਆਉਣ ਲਈ, ਆਪਣੇ ਆਪ ਨੂੰ ਕਬਜ਼ਾ ਜਿਹੜਾ ਸਿਆਸਤਾਂ ਤੇ ਹੁੰਦਾ ਉਹਨੂੰ ਛੱਡ ਕੇ ਮੇਨ ਪਹਿਲਾਂ ਮੁੱਖ ਧਾਰਾ 'ਚ ਤੁਸੀਂ ਤਾਂ ਆ ਜਾਓ। ਮੈਨੂੰ ਤਾਂ ਲੱਗਦਾ ਨਹੀਂ ਕਿ ਉਹ ਮੁੱਖ ਧਾਰਾ 'ਚ ਨੇ ਅੱਜ ਕੱਲ, ਜਿਹੜੇ ਪੰਥਕ ਮੁੱਖ ਧਾਰਾ 'ਚ ਪਹਿਲਾਂ ਤੁਹਾਨੂੰ ਖੁਦ ਆਉਣਾ ਪਏਗਾ। ਉਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਰਾਜਸਥਾਨ ਵਾਲੀ ਕਮੇਟੀ ਨੇ ਕਹਿਤਾ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਸਾਡੇ 'ਚ ਕਿਉਂ ਆ ਰਹੇ ਹੋ ਭਾਈ? ਹਰਿਆਣੇ ਦੀ ਕਮੇਟੀ ਅਲੱਗ ਬਣ ਗਈ, ਔਰ ਦਿੱਲੀ ਦੀ ਕਮੇਟੀ ਤੇ ਹਰਿਆਣੇ ਦੀ ਕਮੇਟੀ ਲਗਭਗ ਬੀਜੇਪੀ ਨਾਲ ਚਲੀਆਂ ਗਈਆਂ ਨੇ, ਉਸ ਲੈਵਲ ਦੇ ਉੱਤੇ ਤੁਹਾਡੇ ਸਾਹਮਣੇ ਨੇ। ਔਰ ਇਹ ਸਾਰੇ ਜਿਹੜੇ ਮੁੱਦੇ ਨੇ ਇਹ ਬਹੁਤ ਚਿੰਤਾਜਨਕ, ਪੰਜਾਬ ਲਈ, ਫਿਊਚਰ ਲਈ ਚਿੰਤਾਜਨਕ ਨੇ। ਭਾਜੀ ਮੈਂ ਗੱਲ ਸਮੇਟਣਾ ਬਸ ਇੰਨਾ ਕਹਿਣਾ ਚਾਹੁੰਦਾ, ਫਿਰ ਭਰੋਸਾ ਕਿਹਦੇ ਪਰ ਕਰੇ? ਭਾਜੀ ਕਹਿੰਦੇ ਬੇਭਰੋਸਗੀ ਹੈ, ਤੇ ਭਰੋਸਾ ਕਿੱਥੇ ਕਰੇ? ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ, ਤੇ ਜਦ ਤੱਕ ਇਹ ਮੁੜ ਕੇ ਪੰਥਕ ਪਾਰਟੀ ਨਹੀਂ ਬਣਦੀ ਇਹਦੀ ਬੇਸ ਸਟਰੋਂਗ ਨਹੀਂ ਹੁੰਦੀ। ਤੁਸੀਂ ਆਪਣੀ ਬੇਸ ਸਟਰੋਂਗ ਕਰਕੇ ਦੂਜਿਆਂ ਨਾਲ ਅਲਾਈਅੰਸ ਕਰ ਸਕਦੇ ਹੋ। ਬੀਜੇਪੀ ਨੇ ਆਪਣਾ ਜਿਹੜਾ ਬੇਸ ਕੋਰ ਆਈਡੀਓਲੋਜੀ ਹੈ ਹਿੰਦੂਤਵਾਦੀ ਉਹ ਨਹੀਂ ਛੱਡਿਆ, ਉਹ ਤੇ ਕੋਈ ਕੰਪਰੋਮਾਈਜ਼ ਨਹੀਂ ਹੈ। ਉਹਨਾਂ ਨੇ ਬਾਕੀਆਂ ਨੂੰ ਖਾਧਾ ਹੈ, ਉਹ ਡੋਮੀਨੇਟ ਕਰ ਰਹੇ ਹੈ। ਪੰਥ ਬੇਸਿਕਲੀ ਸੈਕੂਲਰ ਹੈ, ਜਦ ਕਿ ਹਿੰਦੂਤਵਾ ਸੈਕੂਲਰ ਨਹੀਂ ਸੀਗਾ। ਇਹ ਇੰਨਾ ਸੈਕੂਲਰ ਏਜੰਡਾ ਪੰਥ ਦਾ ਛੱਡ ਕੇ ਜੇ ਅਕਾਲੀ ਦਲ ਇੱਧਰ ਉੱਧਰ ਜਾਏਗਾ ਤੇ ਇਹ ਜਿਹੜਾ ਵੈਕਿਊਮ ਹੈ ਇਹ ਕੰਟੀਨਿਊ ਕਰੇਗਾ। ਅਕਾਲੀ ਦਲ ਨੂੰ ਵਾਪਸ ਇਸ ਏਜੰਡੇ ਤੇ ਆਉਣਾ ਪਏਗਾ ਤੇ ਇਸ ਲੀਡਰਸ਼ਿਪ ਨੂੰ ਜਿਹੜੀਆਂ ਪਿੱਛੇ ਗਲਤੀਆਂ ਕੀਤੀਆਂ ਉਹ ਤਾਂ ਨਜ਼ਰਸਾਨੀ ਕਰਨੀ ਪਏਗੀ। ਨਜ਼ਰਸਾਨੀ ਕਰਨੀ ਪਏਗੀ। ਅਕਾਲੀ ਦਲ ਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਏਗੀ ਤੇ ਪੰਜਾਬ ਪੰਥਕ ਧਿਰਾਂ ਤੇ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਚਾਹੁੰਦੇ ਨੇ ਕਿ ਇਹਨਾਂ ਪੁਰਾਣੇ ਸਾਰੇ ਪਹਿਲੂਆਂ ਤੋਂ ਲੈ ਕੇ ਹੁਣ ਬੇਅਦਬੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਤੱਕ ਵਾਲੇ ਮਸਲਿਆਂ 'ਚ ਇਨਸਾਫ ਮਿਲੇ, ਉਹਦੀ ਲੜਾਈ ਦੇ ਵਿੱਚ ਤੁਹਾਡੀ ਸ਼ਮੂਲੀਅਤ ਕਿਵੇਂ ਹੋਏਗੀ, ਇਸ ਨੂੰ ਵੀ ਵਾਚਣ ਦੀ ਲੋੜ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਪਰ ਸਵਾਲ ਭਰੋਸੇ ਦਾ ਖੜਾ ਕਿ ਭਰੋਸਾ ਤੁਹਾਡਾ ਕਿਹਦੇ ਪਰ ਕਾਇਮ ਰਹਿੰਦਾ ਤੇ ਤੁਸੀਂ ਕਿਹੜੇ ਭਰੋਸਿਆਂ ਤੇ ਖਰੇ ਉਤਰਦੇ ਹੋ। ਇਸੇ ਲਈ ਪੰਜਾਬ ਟੈਲੀਵਿਜ਼ਨ ਤੇ ਚਰਚਾ ਲੈ ਕੇ ਹਾਜ਼ਰ ਸੀ। ਤੁਸੀਂ ਜੁੜੇ ਰਹੋ ਪੰਜਾਬ ਟੈਲੀਵਿਜ਼ਨ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਭਾਜੀ। ਥੈਂਕ ਯੂ ਜੀ।